2020 तक ਜਾਂ 2019 तक मैं जमा ही नहीं चाहया ਸੀ मैं ठीक होवां। मैं ਜ਼ਿੰਦਗੀ ਤੋਂ ਥੱਕ ਗਿਆ ਸੀ। मैं ਇੱਦਾਂ ਸੀਗਾ ਵੀ ਬੈਠੇ ਆ ਤਾਂ ਬੈਠੇ ਆ, ਕੁਛ ਨਹੀਂ ਕਰਨਾ, ਹੁਣ ਇੱਦਾਂ ਹੀ ਸਾਰ ਲਾਂਗੇ, 4-5 ਹਜ਼ਾਰ ਕਮਾ ਲਾਂਗੇ। मैं ना स्टैंड कर सकदा जी ना बैठ सकदा सी, ਤਾਂ ਮਤਲਬ ਜੇ ਮੈਨੂੰ ਘਰ ਦੇ ਬਿਠਾ ਵੀ ਦਿੰਦੇ ਸੀ ਜਾਂ ਸਟੈਂਡ ਕਰਾ ਦਿੰਦੇ ਸੀ, ਮੇਰੀ ਬੋਡੀ ਸਾਥ ਛੱਡ ਜਾਂਦੀ ਸੀ। ਆਫਟਰ ਦੈਟ ਮੈਨੂੰ ਪਤਾ ਲੱਗਿਆ ਵੀ ਇਨ ਫਿਊਚਰ ਬਹੁਤ ਕੰਮ ਕਰਨੇ ਨੇ ਇੱਦਾਂ ਦੇ ਜਿਹੜੇ ਫਿਜ਼ੀਕਲੀ ਐਕਟਿਵ ਬੰਦਾ ਹੀ ਕਰ ਸਕਦਾ ਵਾ। ਫਿਊਚਰ ਮੈਂ 2020 ਦੇ ਵਿੱਚ ਠਾਣ ਲਿਆ ਵੀ ਇਸ ਵਾਰ ਕੁਛ ਨਾ ਕੁਛ ਕਰਾਂਗੇ। ਇਹ ਟਾਈਪ ਆਫ ਪੈਰਾਲਾਈਜ਼ ਆ ਜਿਹਦੇ ਵਿੱਚ ਬੋਡੀ ਦੀ ਸਾਰੀ ਸਟਰੈਂਥ ਚਲੇ ਜਾਂਦੀ ਹੈ, ਤੁਹਾਡੇ ਵਿੱਚ 1% ਵੀ ਸਟਰੈਂਥ ਨਹੀਂ ਰਹਿੰਦੀ ਹੈਗੀ। ਡਾਕਟਰਸ ਨੂੰ ਦਿਖਾਇਆ, ਡਾਕਟਰਸ ਦਾ ਕੀ ਕਹਿਣਾ? ਡਾਕਟਰਸ ਦਾ ਮੈਮ ਇਹੀ ਕਹਿਣਾ ਸੀਗਾ ਵੀ ਇਹ ਹੌਲੀ ਹੌਲੀ ਰਿਕਵਰੀ ਹੋਊਗੀ, ਮਤਲਬ ਤੁਸੀਂ ਇਹਦੇ ਵਿੱਚ ਕਾਹਲੀ ਨਾ ਕਰੋ। ਕੋਈ ਇੱਦਾਂ ਦੀ ਹੈ ਨਹੀਂ ਦਵਾਈ ਜਾਂ ਕੋਈ ਇੰਜੈਕਸ਼ਨ ਜਾਂ ਕੋਈ ਵੀ ਚੀਜ਼ ਹੈ ਨਹੀਂ ਜਿਹੜੀ ਤੁਹਾਨੂੰ 1 ਮਿੰਟਾਂ 'ਚ ਖੜਾ ਕਰ ਦੂਗੀ ਜਾਂ ਫਿਰ ਵਿਦਿਨ 15 ਵੀਕਸ। ਨਾ ਤਾਂ ਮੈਨੂੰ ਪਤਾ ਸੀਗਾ ਵੀ ਮੈਂ ਠੀਕ ਹੋਣਾ, ਨਾ ਮੇਰੇ ਘਰਦਿਆਂ ਨੂੰ ਸੀਗਾ ਜੀ ਠੀਕ ਹੋਣਾ ਸੀਗਾ, ਬਟ ਮੈਂ ਇਹ ਚੀਜ਼ ਇੰਪਲੀਮੈਂਟ ਕਰਨੀ ਸੀਗੀ ਵੀ ਬਸ ਜਸਟ 1% ਬੈਟਰਮੈਂਟ ਕਰਨੀ ਹੈ ਡੇਲੀ। ਬਿਮਾਰ ਹੋਣ ਕਰਕੇ ਮੇਰੀ ਫਿਜ਼ੀਕਲ ਐਕਟੀਵਿਟੀ ਘੱਟ ਗਈ ਸੀਗੀ, ਸੋ ਮੈਂ ਬੈਠਾ ਸੀਗਾ 2015 ਤੋਂ ਲੈ ਕੇ 18 ਤੱਕ ਸਿਟਿੰਗ ਹੀ ਸੀਗਾ, ਮਤਲਬ ਕਹਿ ਦੇ ਵੀਲ ਚੇਅਰ 'ਤੇ ਸੀਗਾ, ਤਾਂ ਐਕਟੀਵਿਟੀ ਜ਼ੀਰੋ ਸੀਗੀ। ਤਾਂ ਫਿਰ ਐਕਟੀਵਿਟੀ ਜ਼ੀਰੋ ਅਤੇ ਹਾਈ ਕੈਲਰੀ ਫੂਡ ਖਾਈ ਜਾਣੇ, ਤਾਂ ਇਹਦੇ ਕਰਕੇ ਬਹੁਤ ਟਾਈਮ ਤੱਕ ਹਾਈ ਕੈਲਰੀ ਫੂਡ ਖਾਧਾ ਤਾਂ ਉਹ ਵੇਟ ਗੇਨ ਹੋ ਗਿਆ। ਮੈਕਸਿਮਮ weight ਗਿਆ? ਹੈਵੀਐਸਟ ਮੈਂ ਸੀਗਾ ਮੈਮ ਮੇਰਾ 103। ਤੇ ਹੁਣ ਕਿੰਨਾ ਹੈ? ਤੇ ਇਸ ਵਕਤ ਅੱਜ ਦਾ weight ਹੈਗਾ ਮੇਰਾ 67, ਬਟ ਲੋਐਸਟ ਮੈਂ ਅੱਜ ਤੋਂ 1.5 ਸਾਲ ਪਹਿਲਾਂ ਜਾਂ ਸਾਲ ਪਹਿਲਾਂ ਕਹਿ ਦਈਏ ਤਾਂ 60 ਤੱਕ ਗਿਆ ਹੋਇਆ। ਮੇਰੇ ਕਰਕੇ ਮੇਰੇ ਯੰਗਰ ਬ੍ਰਦਰ ਨੇ ਤੇ ਮੇਰੇ ਮਾਤਾ ਪਿਤਾ ਜੀ ਨੇ ਬਹੁਤ ਚੀਜ਼ਾਂ ਸਹੀਆਂ ਨੇ, ਤੇ ਉਹਨਾਂ ਨੇ ਵੀ ਬਹੁਤ ਕਹੀਏ ਵੀ ਘਾਟਾ ਖਾਧਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਸਮਰ ਨਿਊਜ਼, ਮੈਂ ਹਾਂ ਤੁਹਾਡੇ ਨਾਲ ਸਾਕਸ਼ੀ। ਸੋ ਅੱਜ ਕੱਲ੍ਹ ਦੀ ਅਗਰ ਲਾਈਫਸਟਾਈਲ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਨੌਜਵਾਨ ਜੋ ਹੈ ਕਾफ़ੀ ਹੈਲਦੀ ਲਾਈਫਸਟਾਈਲ ਵੱਲ ਰੁਝਾਨ ਉਹਨਾਂ ਦਾ ਨਜ਼ਰ ਆ ਰਿਹਾ ਹੈ, ਆਪਟ ਕਰ ਰਹੇ ਨੇ ਹੈਲਦੀ ਲਾਈਫਸਟਾਈਲ, ਜਿਮ ਵੱਲ ਬਹੁਤ ਭੱਜਦੇ ਨੇ, ਹੈਲਥ ਡਾਈਟ ਵੱਲ ਬਹੁਤ ਭੱਜਦੇ ਨੇ, ਡਾਕਟਰਸ ਕੋਲ ਡਾਈਟੀਸ਼ੀਅਨਸ ਕੋਲ ਹੈਲਥ ਪੈਕੇਜਸ ਲਈ ਜਾਂਦੇ ਨੇ, ਤੇ ਜਿੱਥੇ ਹੈਲਥ ਪੈਕੇਜ ਬਣਦੇ weight loss ਵੱਲ ਵੀ ਬਹੁਤ ਨੌਜਵਾਨਾਂ ਦਾ ਰੁਝਾਨ ਅੱਜ ਦੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਜਿੱਥੇ weight loss ਦੀ ਗੱਲ ਆਉਂਦੀ ਹੈ ਉੱਥੇ ਹੀ ਅਸੀਂ ਜਦੋਂ weight loss ਜਰਨੀ ਦੇ ਵਿੱਚ ਜਾਂਦੇ ਹਾਂ ਤਾਂ ਬਹੁਤ ਸਾਰੀ ਚੀਜ਼ਾਂ ਨੂੰ ਸਾਨੂੰ ਖਾਣ ਪੀਣ ਨੂੰ ਕੰਟਰੋਲ ਕਰਨਾ ਪੈਂਦਾ ਹੈ। ਜਿੱਥੇ ਹੈਲਥ ਪੈਕੇਜਸ ਦੀ ਗੱਲ ਕਰੀਏ ਤੇ ਡਾਈਟੀਸ਼ੀਅਨਸ ਕਾफ़ੀ ਇਹੋ ਜਿਹੀ ਚੀਜ਼ਾਂ ਲਿਖ ਦਿੰਦੇ ਜਿਹਦੇ ਨਾਲ ਕੈਲਰੀਜ਼ ਬਹੁਤ ਘੱਟ ਜਾਂਦੀਆਂ ਨੇ, ਤੇ ਕਿਤੇ ਨਾ ਕਿਤੇ ਉਹਨਾਂ ਦੇ ਅੰਦਰੂਨੀ ਇਸ ਚੀਜ਼ ਦਾ ਇੰਪੈਕਟ ਜ਼ਰੂਰ ਪੈਂਦਾ ਹੈ। ਬਾਹਰੋਂ ਤਾਂ ਫਿਜ਼ੀਕਲੀ ਬੰਦਾ ਦੇਖਣ ਨੂੰ ਜ਼ਰੂਰ ਆਕਰਸ਼ਿਤ ਲੱਗੇਗਾ ਤੇ ਫਿਜ਼ੀਕਲੀ ਫਿਟ ਲੱਗੇਗਾ, ਲੇਕਿਨ ਅੰਦਰੋਂ ਖੋਖਲਾ ਹੁੰਦਾ ਜਾਂਦਾ ਹੈ ਕਿਉਂਕਿ ਡਾਈਟ ਜੋ ਹੈ ਬਿਲਕੁਲ ਘੱਟ ਕਰ ਦਿੱਤੀ ਜਾਂਦੀ ਹੈ। ਸੋ ਜੇਕਰ ਡਾਈਟ ਦੀ ਗੱਲ ਕਰੀਏ ਅੱਜ ਦੇ ਸਮੇਂ ਦੇ ਵਿੱਚ ਜ਼ਰੂਰਤ ਹੈ ਹੈਲਦੀ ਲਾਈਫਸਟਾਈਲ ਦੇ ਨਾਲ ਹੈਲਦੀ ਡਾਈਟ ਦੀ ਵੀ। ਸੋ ਬਿਮਾਰੀਆਂ ਤੋਂ ਬਚਣ ਲਈ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਖਾਣ ਪਾਣ ਚੰਗਾ ਹੋਵੇ। ਸੋ ਅੱਜ ਤੁਹਾਡੇ ਨਾਲ ਮੁਲਾਕਾਤ ਕਰਾਵਾਂਗੇ ਇੱਕ ਵਿਅਕਤੀ ਦੀ ਜਿਸ ਦੀ ਜਰਨੀ ਸੁਣ ਕੇ ਤੁਸੀਂ ਵੀ ਮੋਟੀਵੇਟ ਹੋ ਜਾਓਗੇ ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਦੀ ਜਰਨੀ weight loss ਦੇ ਵਿੱਚ ਤਾਂ ਬਹੁਤ ਹੀ ਕਾਬਿਲੇ ਤਾਰੀਫ ਰਹੀ ਹੈ, ਤੇ ਉਸ ਤੋਂ ਇਲਾਵਾ ਉਹਨਾਂ ਨੇ ਆਪਣੇ ਪੈਰਾਲਾਈਜ਼ ਵਰਗੀ ਬਿਮਾਰੀ ਉਹਨਾਂ ਨੂੰ ਹੋ ਗਈ ਸੀ, weight ਵੱਧ ਗਿਆ ਸੀ, ਉਸ ਤੋਂ ਵੀ ਉਹਨਾਂ ਨੇ ਖੁਦ ਆਪਣੇ ਆਪ ਨੂੰ ਸਹੀ ਕੀਤਾ। ਕਹਿੰਦੇ ਨੇ ਜਿੱਥੇ ਚਾਹ ਹੋਵੇ ਉੱਥੇ ਰਾਹ ਜ਼ਰੂਰ ਮਿਲ ਜਾਂਦੀ ਹੈ। ਸੋ ਮੁਲਾਕਾਤ ਕਰਾਉਂਦੇ ਹਾਂ, ਤੁਹਾਡੀ ਸਾਡੇ ਨਾਲ ਮੌਜੂਦ ਨੇ ਸੁਖਪ੍ਰੀਤ ਸਿੰਘ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ। ਸੋ ਸਰ ਤੁਹਾਡੀ ਜੋ ਸਟੋਰੀ ਹੈ ਬੜੀ ਮੋਟੀਵੇਟ ਕੀਤੀ, ਇਹ ਸੁਣ ਕੇ ਕਾफ़ੀ ਚੰਗਾ ਲੱਗਿਆ ਕਿ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਅਸੀਂ weight loss ਵੱਲ ਬਹੁਤ ਨੌਜਵਾਨ ਭੱਜ ਰਹੇ ਨੇ, ਹੈਲਦੀ ਲਾਈਫਸਟਾਈਲ ਵੱਲ ਭੱਜ ਰਹੇ ਨੇ, ਕਿਤੇ ਨਾ ਕਿਤੇ ਹੈਲਥ ਦੇ ਚੱਕਰ 'ਚ weight loss ਦੇ ਚੱਕਰ 'ਚ ਬੰਦਾ ਜੋ ਹੈ ਆਪਣੇ ਆਪ ਨੂੰ ਕਮਜ਼ੋਰ ਬਣਾਉਂਦਾ ਨਜ਼ਰ ਆ ਰਿਹਾ। ਇਸ ਦੇ ਵਿੱਚ ਕੀ ਕਹਿਣਾ ਚਾਹੋਗੇ? ਮੈਮ ਮੈਂ ਇਹੀ ਕਹਿਣਾ ਚਾਹੂੰਗਾ, ਦੇਖੋ ਡਾਕਟਰਸ ਨੇ ਜਾਂ ਡਾਈਟੀਸ਼ੀਅਨਸ ਨੇ ਇਹ ਬਹੁਤ ਕੰਪਲੀਕੇਟਿਡ ਬਣਾਇਆ ਪਿਆ ਸਿਸਟਮ, ਠੀਕ ਆ। ਇਹਨੂੰ ਔਖਾ ਨਾ ਬਣਾਓ, ਇਹਨੂੰ ਸੌਖਾ ਬਣਾਓ। ਜਿੰਨਾ ਤੁਸੀਂ ਇਹਨੂੰ ਸੌਖਾ ਰੱਖੋਗੇ ਤਾਂ ਸਸਟੇਨੇਬਲੀ ਤੁਸੀਂ ਲੰਬੇ ਟਾਈਮ ਨਹੀਂ ਚੱਲੋਗੇ। ਲਾਈਫ ਟਾਈਮ ਗੇਮ ਆ ਮੈਮ। ਜੇ ਤੁਸੀਂ ਕਹੋਗੇ 2-3 ਮਹੀਨੇ ਦੇ ਭਾਰ ਘਟਾ ਕੇ ਸਾਰ ਲਾਂਗੇ, ਸਾਰੀ ਜ਼ਿੰਦਗੀ ਕੱਢ ਲਾਂਗੇ, ਨਹੀਂ। ਤੇ ਕੰਪਲੀਕੇਟਿਡ ਇੱਦਾਂ ਬਣਾ ਲੈਂਦੇ ਆ, ਜਮਾ ਹੀ ਛੱਡ ਦਿੰਦੇ ਆ ਖਾਣ ਪੀਣ, ਤਾਂ ਮੈਟਾਬੋਲਿਜ਼ਮ ਸਲੋ ਡਾਊਨ ਹੋ ਜਾਂਦਾ, ਤਾਂ ਇਹ ਬਹੁਤ ਕਿਤੇ ਨਾ ਕਿਤੇ ਗਲਤ ਇਫੈਕਟ ਆ ਬੋਡੀ 'ਤੇ। ਤੁਹਾਨੂੰ ਇਸ ਦੇ ਬਾਰੇ ਇੰਨੀ ਨੌਲੇਜ ਕਿਸ ਤਰ੍ਹਾਂ ਹੋਈ? ਤੇ ਜਿਹੜੇ ਤੁਸੀਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਹਾਨੂੰ ਪੈਰਾਲਾਈਜ਼ ਵਰਗੀ ਬਿਮਾਰੀ ਜੋ ਹੋਈ ਸੀਗੀ ਉਹਦੇ ਬਾਰੇ ਪਹਿਲਾਂ ਤਾਂ ਦੱਸੋ ਕੀ ਹੋਇਆ ਸੀ ਤੁਹਾਨੂੰ?
ਮੈਮ ਦੇਖੋ ਇਹ ਟਾਈਪ ਆਫ ਪੈਰਾਲਾਈਜ਼ ਆ ਜਿਹਦੇ ਵਿੱਚ ਬੋਡੀ ਦੀ ਸਾਰੀ ਸਟਰੈਂਥ ਚਲੇ ਜਾਂਦੀ ਹੈ, ਤੁਹਾਡੇ ਵਿੱਚ 1% ਵੀ ਸਟਰੈਂਥ ਨਹੀਂ ਰਹਿੰਦੀ ਹੈਗੀ। ਸਟਰੈਂਥ ਕਿਸ ਤਰ੍ਹਾਂ ਗਈ? ਸਟਰੈਂਥ ਮਤਲਬ ਮੈਮ ਹੌਲੀ ਡੇ ਬਾਈ ਡੇ ਇਨ ਵਿਦਿਨ ਵੀਕ ਮੇਰੀ ਸਾਰੀ ਬੋਡੀ ਦੀ ਸਟਰੈਂਥ ਲਾਸ ਹੋ ਗਈ ਸੀ। ਈਵਨ ਮੈਂ ਨਾ ਸਟੈਂਡ ਕਰ ਸਕਦਾ ਸੀ ਨਾ ਬੈਠ ਸਕਦਾ ਸੀ। ਤਾਂ ਮਤਲਬ ਜੇ ਮੈਨੂੰ ਘਰ ਦੇ ਬਿਠਾ ਵੀ ਦਿੰਦੇ ਸੀ ਜਾਂ ਸਟੈਂਡ ਕਰਾ ਦਿੰਦੇ ਸੀ ਤਾਂ ਮੇਰੀ ਬੋਡੀ ਸਾਥ ਛੱਡ ਜਾਂਦੀ ਸੀ, ਤਾਂ ਮੈਂ ਅੱਗੇ ਬੈਂਡ ਹੋ ਜਾਂਦਾ ਜਾਂ ਡਿੱਗ ਪੈਂਦਾ ਸੀ ਜਾਂ ਪਿੱਛੇ ਡਿੱਗ ਪੈਂਦਾ ਸੀ। ਤੇ ਇਹ ਕਿੰਨੀ ਦੇਰ ਤੱਕ ਇਹ ਚੀਜ਼ ਰਹੀ ਹੈ ਤੇ ਡਾਕਟਰਸ ਨੂੰ ਦਿਖਾਇਆ, ਡਾਕਟਰਸ ਦਾ ਕੀ ਕਹਿਣਾ ਸੀ? ਡਾਕਟਰਸ ਦਾ ਮੈਮ ਇਹੀ ਕਹਿਣਾ ਸੀਗਾ ਵੀ ਇਹ ਹੌਲੀ ਹੌਲੀ ਰਿਕਵਰੀ ਹੋਊਗੀ, ਮਤਲਬ ਤੁਸੀਂ ਇਹਦੇ ਵਿੱਚ ਕਾਹਲੀ ਨਾ ਕਰੋ, ਕੋਈ ਇੱਦਾਂ ਦੀ ਹੈ ਨਹੀਂ ਦਵਾਈ ਜਾਂ ਕੋਈ ਇੰਜੈਕਸ਼ਨ ਜਾਂ ਕੋਈ ਵੀ ਚੀਜ਼ ਹੈ ਨਹੀਂ ਜਿਹੜੀ ਤੁਹਾਨੂੰ 1 ਮਿੰਟਾਂ 'ਚ ਖੜਾ ਕਰ ਦੂਗੀ ਜਾਂ ਫਿਰ ਇਨ ਵਿਦਿਨ 15 ਵੀਕਸ। ਠੀਕ ਆ, ਤਾਂ ਉਹਨਾਂ ਨੇ ਕਿਹਾ ਵੀ ਲਾਈਫ ਸਟਾਈਲ ਚੰਗਾ ਅਡਾਪਟ ਕਰੋ ਜਿਹੜਾ ਤੁਹਾਨੂੰ ਹੈਲਪ ਕਰੂਗਾ ਤੁਹਾਡੀ ਰਿਕਵਰੀ 'ਚ ਤੇ ਸਟਰੈਂਥ ਰਿਕਵਰੀ 'ਚ। ਤੇ ਸੁਖਪ੍ਰੀਤ ਜੀ ਕਦੋਂ ਇਹ ਬਿਮਾਰੀ ਹੋਈ ਸੀ ਤੇ ਹੁਣ ਉਸ ਬਿਮਾਰੀ ਤੋਂ ਬਾਅਦ ਤੁਹਾਡਾ weight ਜੋ ਵਧਿਆ ਸੀਗਾ ਜਾਂ ਪਹਿਲਾਂ ਹੀ weight ਜ਼ਿਆਦਾ ਸੀ? ਮੈਮ ਬਿਮਾਰ ਹੋਣ ਕਰਕੇ ਮੇਰੀ ਫਿਜ਼ੀਕਲ ਐਕਟੀਵਿਟੀ ਘੱਟ ਗਈ ਸੀਗੀ, ਸੋ ਮੈਂ ਬੈਠਾ ਸੀਗਾ 2015 ਤੋਂ ਲੈ ਕੇ 18 ਤੱਕ ਸਿਟਿੰਗ ਹੀ ਸੀਗਾ, ਮਤਲਬ ਕਹਿ ਦੀ ਵੀਲ ਚੇਅਰ ਤੇ ਸੀਗਾ, ਤਾਂ ਐਕਟੀਵਿਟੀ ਜ਼ੀਰੋ ਸੀਗੀ। ਤਾਂ ਫਿਰ ਐਕਟੀਵਿਟੀ ਜ਼ੀਰੋ ਤੇ ਹਾਈ ਕੈਲਰੀ ਫੂਡ ਖਾਈ ਜਾਣੇ, ਤਾਂ ਇਹਦੇ ਕਰਕੇ ਬਹੁਤ ਟਾਈਮ ਤੱਕ ਹਾਈ ਕੈਲਰੀ ਫੂਡ ਖਾਦਾ ਤਾਂ ਉਹ weight gain ਹੋ ਗਿਆ। ਕਿੰਨਾ ਮੈਕਸਿਮਮ weight ਗਿਆ ਸੀ? ਹੈਵੀਐਸਟ ਮੈਂ ਸੀਗਾ ਮੈਮ ਮੇਰਾ 103। 103 ਤੇ ਹੁਣ ਕਿੰਨਾ ਇਸ ਵਕਤ? ਤੇ ਇਸ ਵਕਤ ਅੱਜ ਦਾ weight ਹੈਗਾ ਮੇਰਾ 67, ਬਟ ਲੋਐਸਟ ਮੈਂ ਅੱਜ ਤੋਂ 1.5 ਸਾਲ ਪਹਿਲਾਂ ਜਾਂ ਸਾਲ ਪਹਿਲਾਂ ਕਹਿ ਦਈਏ ਤਾਂ 60 ਤੱਕ ਗਿਆ ਹੋਇਆ ਹਾਂ। ਤੇ ਫਿਰ ਸੁਖਪ੍ਰੀਤ ਜੀ ਆਪਣੇ ਆਪ ਨੂੰ ਸਹੀ ਕਿਸ ਤਰ੍ਹਾਂ ਕੀਤਾ? 2 ਸਾਲ ਕਿੰਨੇ ਸਾਲ ਲੱਗ ਗਏ ਤੁਹਾਨੂੰ ਇਸ ਬਿਮਾਰੀ ਤੋਂ ਠੀਕ ਹੁੰਦਿਆਂ? ਮੈਮ ਸਟਿਲ ਮੈਂ ਹਲੇ ਵੀ ਠੀਕ ਨਹੀਂ ਗਾ, ਬਹੁਤ ਮੇਰੇ 'ਚ ਕਮੀਆਂ ਨੇ ਜੋ ਪਹਿਲਾਂ ਨਹੀਂ ਸੀਗੀਆਂ ਬਟ ਹੁਣ ਨੇ। ਬਟ ਮੈਂ 2020 ਤੱਕ ਜਾਂ 2019 ਤੱਕ ਮੈਂ ਜਮਾ ਹੀ ਨਹੀਂ ਚਾਹਿਆ ਸੀ ਮੈਂ ਠੀਕ ਹੋਵਾਂ। ਮੈਂ ਜ਼ਿੰਦਗੀ ਤੋਂ ਥੱਕ ਗਿਆ ਸੀ, ਮੈਂ ਇੱਦਾਂ ਸੀਗਾ ਵੀ ਬੈਠਿਆਂ ਤਾਂ ਬੈਠਿਆਂ ਕੁਛ ਨਹੀਂ ਕਰਨਾ, ਹੁਣ ਇੱਦਾਂ ਹੀ ਸਾਰ ਲਾਂਗੇ, 4-5 ਹਜ਼ਾਰ ਕਮਾ ਲਾਂਗੇ, ਬਹੁਤੀ ਲੋੜ ਨਹੀਂ। ਠੀਕ ਹੈ ਜੀ, ਸੋ 2020 ਤੱਕ ਤਾਂ ਮੈਂ ਇੱਦਾਂ ਹੀ ਸਾਰਿਆ ਹੀ ਆ, ਮਤਲਬ ਮੈਨੂੰ ਲੋੜ ਹੀ ਨਹੀਂ ਸੀਗੀ ਬੋਡੀ ਦੀ। ਬਟ ਆਫਟਰ ਦੈਟ ਮੈਨੂੰ ਪਤਾ ਲੱਗਿਆ ਵੀ ਇਨ ਫਿਊਚਰ ਬਹੁਤ ਕੰਮ ਕਰਨੇ ਨੇ ਇੱਦਾਂ ਦੇ ਜਿਹੜੇ ਫਿਜ਼ੀਕਲੀ ਐਕਟਿਵ ਬੰਦਾ ਹੀ ਕਰ ਸਕਦਾ ਵਾ। ਸੋ ਇਸ ਕਰਕੇ ਕਹਿ ਲਈਏ ਵੀ ਇਨ ਫਿਊਚਰ ਮੈਂ 2020 ਦੇ ਵਿੱਚ ਠਾਣ ਲਿਆ ਵੀ ਇਸ ਵਾਰ ਕੁਛ ਨਾ ਕੁਛ ਕਰਾਂਗੇ। ਇਨ 2018 ਵੀ ਮੈਂ ਸਟਾਰਟਿੰਗ ਕੀਤੀ ਸੀ, ਉਦੋਂ ਨੌਲੇਜ ਬਹੁਤ ਘੱਟ ਸੀਗੀ, ਉਹੀ ਮੈਂ ਲਾਸਟ ਗੱਲ ਕਰਦਾ ਸੀਗਾ ਤੁਹਾਡੇ ਨਾਲ ਵੀ ਇਹਨੂੰ ਕੰਪਲੀਕੇਟਿਡ ਬਣਾ ਲਿਆ ਸੀ। ਮੈਂ ਸਾਰੀ ਖੁਰਾਕ ਛੱਡਤੀ ਸੀ, ਰੋਟੀ ਛੱਡਤੀ ਸੀ, ਕੁਛ ਨਹੀਂ ਖਾਂਦਾ ਸੀ, ਇਕੱਲਾ ਸੈਲਡ ਖਾਂਦਾ ਸੀਗਾ ਵੀ। ਤਾਂ ਫਿਰ ਤੁਸੀਂ ਆਪ ਸੋਚ ਲਓ ਵੀ ਬਿਨਾਂ ਗੱਡੀ ਤੋਂ, ਬਿਨਾਂ ਇੰਜਨ ਆਇਲ ਤੋਂ ਵੀ ਗੱਡੀ ਕਿੰਨਾ ਟਾਈਮ ਚੱਲੂਗੀ। ਸੋ ਉਹ 1 ਮਹੀਨਾ 2 ਮਹੀਨੇ ਮੈਂ ਫੋਲੋ ਕੀਤਾ, ਫਿਰ ਛੱਡਤਾ। ਬਟ ਇਨ 2020 ਮਤਲਬ ਕਹਿ ਰਹੀ 18 ਤੋਂ 20 ਤੱਕ ਮੈਂ ਇਹਦੇ ਬਾਰੇ ਨੌਲੇਜ ਗੇਨ ਕੀਤੀ। 2 ਸਾਲ ਤੱਕ ਪੜ੍ਹੀ ਗਿਆ, ਕੁਛ ਨਾ ਕੁਛ ਜੋ ਵੀ ਸਾਹਮਣੇ ਆਉਂਦਾ ਫਿਟਨੈਸ ਰਿਲੇਟਿਡ। ਮੈਨੂੰ ਰੀਡ ਦਾ ਬਹੁਤ ਸ਼ੌਂਕ ਆ, ਉਹ ਹੁਣ ਬਣਿਆ ਵਾ ਰਿਲੇਟਿਡ ਟੂ ਫਿਟਨੈਸ, ਬਾਕੀ ਨਹੀਂ। ਜੇ ਬਾਕੀ ਪੜ੍ਹਨ ਲੱਗ ਜਾਂਦਾ ਮੈਨੂੰ ਨੀਂਦ ਆਉਣ ਲੱਗ ਜਾਂਦੀ ਆ। ਸੋ ਕਹਿ ਲਈਏ ਵੀ 2020 ਤੱਕ ਮੈਂ ਨੌਲੇਜ ਗੇਨ ਕੀਤੀ। ਆਫਟਰ ਦੈਟ ਮੈਂ ਇੰਪਲੀਮੈਂਟੇਸ਼ਨ ਸ਼ੁਰੂ ਕਰਤੀ ਵੀ ਹੁਣ ਉਹਦਾ ਟਾਈਮ ਆ ਗਿਆ ਰਿਜ਼ਲਟ ਲੈ ਕੇ ਆਉਣ ਦਾ। ਤੇ ਤੁਸੀਂ ਜਿਹੜਾ ਆਪਣੇ ਡਾਈਟ ਤੇ ਕੰਟਰੋਲ ਕੀਤਾ, ਉਹ ਡਾਈਟ ਤੇ ਕੰਟਰੋਲ ਕਿਸ ਤਰ੍ਹਾਂ ਕੀਤਾ ਹੈ? ਹੈਲਦੀ ਲਾਈਫਸਟਾਈਲ ਆਪਟ ਕੀਤਾ ਹੈ, ਹੈਲਦੀ ਡਾਈਟ ਆਪਟ ਕੀਤੀ ਤੇ ਕੀ ਖਾਦਾ ਤੇ ਆਪਣੀ ਬਾਡੀ ਦੀ ਸਟਰੈਂਥ ਕਿਸ ਤਰ੍ਹਾਂ ਵਾਪਸ ਲੈ ਕੇ ਆਏ? ਉਹ ਵੀ ਡਾਈਟ ਨਾਲ ਵਾਪਸ ਆਈ ਹੈ? ਹਾਂਜੀ ਮੈਮ, ਡੇ ਬਾਈ ਡੇ ਮੈਮ ਪ੍ਰੋਗਰੈਸਿਵ ਓਵਰਲੋਡ ਫੋਲੋ ਕੀਤਾ ਸੀ। ਮਤਲਬ ਕਿ ਕਹਿ ਦਈਏ ਮੈਂ ਪੰਜਾਬੀ ਦੱਸਾਂ ਵੀ ਹਰੇਕ ਵੀਕ ਮੈਂ ਜੋ ਲਾਸਟ ਡੇਜ਼ ਤੇ ਹਲੇ ਲਾਸਟ ਵੀਕਸ ਤੇ weight ਚੱਕਦਾ ਸੀ ਤਾਂ ਉਹ ਤੋਂ ਸਿਰਫ 2 ਤੋਂ 1% ਇੰਕਰੀਜ਼ ਕਰਦਾ ਸੀ। ਯਾਨੀ ਜੇ ਮੈਂ 7 kg ਚੱਕਦਾ ਸੀਗਾ ਤਾਂ ਮੈਂ ਸਿਰਫ 7.5 ਜਾਂ 8 kg ਚੱਕਦਾ ਸੀਗਾ। ਠੀਕ ਆ, ਦੈਨ ਤੇ ਫਿਰ ਮੈਂ ਜਿਵੇਂ ਵਾਕ ਕਰਦਾ ਸੀ, ਜੇ ਮੈਂ ਸਿਰਫ 30 ਮਿੰਟਸ ਵਾਕ ਕਰਦਾ ਸੀ, ਸਿਰਫ ਮੈਂ 30.30 ਸੈਕਿੰਡ ਵਾਕ ਕਰਦਾ ਸੀਗਾ। ਯਾਨੀ ਨੈਕਸਟ ਵੀਕ ਮਤਲਬ ਇੱਦਾਂ ਹੀ ਸਲੋ ਪ੍ਰੋਗਰੈਸਿਵ ਓਵਰਲੋਡ ਫੋਲੋ ਕੀਤੀ ਆ ਮੈਂ। ਸਟਿਲ ਹੁਣ ਦੇਖ ਲਓ ਤੁਸੀਂ ਕਿੰਨੇ ਪ੍ਰੋਗਰੈਸਿਵ ਓਵਰਲੋਡਸ ਡੇਜ਼ ਦੇ ਕਰਕੇ ਮੈਂ ਇੱਥੇ ਖੜਾ ਹਾਂ ਵੀ ਮੇਰੀ ਸਟਰੈਂਥ ਆਲਮੋਸਟ ਬੈਕ ਆ ਚੁੱਕੀ ਆ ਜੀ। ਤੇ ਹੁਣ weight loss ਦੇ ਵਿੱਚ ਜਿਸ ਤਰ੍ਹਾਂ ਤੁਸੀਂ ਅਰਾਊਂਡ 30-35 kg weight loss ਕੀਤਾ ਤੇ ਉਸ ਤੇ ਵੀ ਜ਼ਿਆਦਾਤਰ ਕਿਹਾ ਜਾਂਦਾ weight loss ਲਈ ਕੈਲਰੀਜ਼ ਘੱਟ ਕਰਨੀਆਂ ਪੈਂਦੀਆਂ ਨੇ, ਘੱਟ ਫੂਡ ਖਾਣਾ ਪੈਂਦਾ ਹੈ, ਉਹਦੇ ਤੇ ਕੀ ਤੁਹਾਡੀ ਰਾਏ ਹੈ? ਕਿਸ ਤਰ੍ਹਾਂ ਤੁਸੀਂ ਮੈਨੇਜ ਕੀਤਾ? ਹਾਂ ਦੇਖੋ ਮੈਮ, ਇਹ ਤਾਂ ਸਹੀ ਗੱਲ ਹੈ ਵੀ ਕੈਲਰੀ ਡੈਫੀਸਿਟ ਜਾਣਾ ਹੀ ਪੈਂਦਾ ਵਾ, ਕੁਛ ਵੀ ਹੋ ਜਾਵੇ। ਬਟ ਸਮ ਟਾਈਮ ਤੁਸੀਂ ਜ਼ਿਆਦਾ ਖਾ ਕੇ ਵੀ ਬਟ ਹੈਲਦੀ ਫੂਡ ਚੋਇਸਿਸ ਆਪਟ ਕਰਕੇ weight loss ਕਰ ਸਕਦੇ ਹੋ। ਠੀਕ ਆ, ਤੇ ਕੈਲਰੀ ਡੈਫੀਸਿਟ ਜਾਣਾ ਜ਼ਰੂਰੀ ਹੀ ਆ। ਠੀਕ ਆ ਮੈਮ, ਬਟ ਕੰਪਲੀਕੇਟਿਡ ਤਾਂ ਬਣਾ ਲੈਂਦੇ ਲੋਕੀ ਜਦੋਂ ਜ਼ਿਆਦਾ ਹੀ ਵੱਡਾ ਕੈਲਰੀ ਡੈਫੀਸਿਟ ਬਣਾ ਲੈਂਦੇ ਆ 500 ਜਾਂ 600 ਜਾਂ 800 ਕੈਲਰੀ ਦਾ। ਠੀਕ ਆ, ਸਟਾਰਟਿੰਗ ਕਰੋ 100 ਕੈਲਰੀ ਤੋਂ ਡੈਫੀਸਿਟ ਦੀ। ਠੀਕ ਆ, ਜੇ ਤੁਹਾਡੀ 2500 ਮੇਨਟੇਨੈਂਸ ਆ 24 ਤੋਂ ਸਟਾਰਟ ਕਰੋ। ਠੀਕ ਆ, 2400 ਖਾਓ, ਫਿਰ ਹੌਲੀ ਹੌਲੀ ਜਿਵੇਂ ਲਾਸ ਹੋਇਆ ਤਾਂ ਉਹਦੇ 50 ਹੋਰ ਘਟਾ ਦਿਓ, 2300 2200 ਤੇ ਲੋਕੀ ਸਿੱਧੀ ਸਟਾਰਟਿੰਗ ਹੀ 1200 ਕੈਲਰੀਜ਼ ਤੋਂ ਕਰਦੇ ਆ। ਤਾਂ ਤੁਸੀਂ ਆਪ ਦੇਖ ਲਓ ਕਿੰਨਾ ਡੈਫੀਸਿਟ ਆ, ਕਿੱਡਾ ਵੱਡਾ। ਘੱਟ ਖਾ ਰਹੇ ਆ, ਠੀਕ ਆ, ਮੈਟਾਬੋਲਿਜ਼ਮ ਸਲੋ ਡਾਊਨ ਹੋ ਜਾਂਦਾ ਵਾ ਤੇ ਕਿੰਨਾ ਨੁਕਸਾਨ ਆ। ਤੇ ਫਿਰ ਹੁਣ ਤੁਸੀਂ ਜਿਹੜੀ ਸਟਰੈਂਥ ਤੁਹਾਡੀ ਚਲੀ ਗਈ ਸੀਗੀ, ਪੈਰਾਲਾਈਜ਼ ਵਰਗੀ ਬਿਮਾਰੀ ਜੋ ਹੈ ਦੱਸੀ ਜਾ ਰਹੀ ਸੀ, ਉਸ ਤੋਂ ਬਾਅਦ ਉਸ ਵਕਤ ਤੁਹਾਡੇ ਮਨ ਦੇ ਵਿੱਚ ਕੀ ਆਉਂਦਾ ਸੀਗਾ ਕਿ ਕਿਸ ਤਰ੍ਹਾਂ ਠੀਕ ਹੋਣਾ ਹੈ, ਠੀਕ ਹੋਣਾ ਵੀ ਹੈ ਨਹੀਂ ਹੋਣਾ? ਘਰਦਿਆਂ ਨੂੰ ਕਿਸ ਤਰ੍ਹਾਂ ਫੀਲ ਹੁੰਦਾ ਸੀ? ਮੈਮ ਦੇਖੋ, ਨਾ ਤਾਂ ਮੈਨੂੰ ਪਤਾ ਸੀਗਾ ਵੀ ਮੈਂ ਠੀਕ ਹੋਣਾ, ਨਾ ਮੇਰੇ ਘਰਦਿਆਂ ਨੂੰ ਸੀਗਾ ਜੀ ਠੀਕ ਹੋਣਾ ਸੀਗਾ। ਬਟ ਮੈਂ ਇਹ ਚੀਜ਼ ਇੰਪਲੀਮੈਂਟ ਕਰਨੀ ਸੀਗੀ ਵੀ ਬਸ ਜਸਟ 1% ਬੈਟਰਮੈਂਟ ਕਰਨੀ ਹੈ ਡੇਲੀ। ਠੀਕ ਹੈ, ਮੈਂ ਅੱਜ ਜੇ ਕੁਛ ਵੀ ਆ ਤਾਂ ਇਸ ਤੋਂ 1% ਬੈਟਰ ਹੋਵਾਂ ਨੈਕਸਟ ਡੇ। ਠੀਕ ਆ ਜੀ, ਮੈਂ
ਇਹ ਵੀ ਦਿਨ ਐਦਾਂ ਦੇ ਦਿਨ ਵੀ ਸੀਗੇ ਜਿੱਦਾਂ ਮੈਂ ਸੁੱਤਾ ਨਹੀਂ, ਮੇਰੇ ਘਰ ਦੇ ਵੀ ਨਹੀਂ ਸੁੱਤੇ, ਠੀਕ ਆ। ਮੋਸਟ ਆਫ ਦੀ ਪਹਿਲੇ 6 ਮਹੀਨੇ ਜਾਂ 3 ਮਹੀਨੇ ਤਾਂ ਜਾ ਕੇ ਕੱਢਿਆ ਸੀ ਜਦੋਂ ਮੈਂ ਬਿਮਾਰ ਹੋਇਆ ਸੀ, ਬਿਕੋਜ਼ ਕੋਈ ਨਹੀਂ ਚਾਹੁੰਦਾ ਕਿਸੇ ਦਾ ਜਵਾਨ ਪੁੱਤ ਵੀ ਇੱਦਾਂ ਜਾ ਕੇ ਸਿਰਫ ਮੰਜੇ ਤੇ ਡਿੱਪ ਪਵੇ, ਤੇ ਜੋ ਫਿਜ਼ੀਕਲ ਐਕਟੀਵਿਟੀ ਉਹਨੇ ਉਹ ਉਮਰ 'ਚ ਪਰਫਾਰਮ ਕਰਨੀ ਹੈ ਤੇ ਉਹ ਉਮਰ 'ਚ ਉਹ ਫਿਜ਼ੀਕਲ ਐਕਟੀਵਿਟੀ ਥਰੂ ਸਵਾਦ ਲੈਣਾ ਭੱਜ ਕੇ ਨੱਠ ਕੇ, ਠੀਕ ਆ। ਤਾਂ ਉਹ ਮੈਂ ਨਹੀਂ ਲਿੱਤਾ ਕੁਝ ਵੀ, ਤੇ ਮੇਰੇ ਕਰਕੇ ਮੇਰੇ ਯੰਗਰ ਬ੍ਰਦਰ ਨੇ ਤੇ ਮੇਰੇ ਮਾਤਾ ਪਿਤਾ ਜੀ ਨੇ ਤੇ ਮੇਰੇ ਬਾਕੀ ਰਿਲੇਟਿਵਸ ਨੇ ਵੀ ਬਹੁਤ ਚੀਜ਼ਾਂ ਸਹੀਆਂ ਨੇ, ਤੇ ਉਹਨਾਂ ਨੇ ਵੀ ਬਹੁਤ ਕਹੀਏ ਵੀ ਘਾਟਾ ਖਾਦਾ। ਕਿੰਨੇ ਸਾਲ ਉਮਰ ਹੈ ਤੁਹਾਡੀ ਹੁਣ? ਮੈਮ ਹੁਣ ਦੀ ਉਮਰ ਹੈ ਮੇਰੀ 98 ਦਾ ਬਰਥ ਆ, ਲਾ ਲਓ ਵੀ ਮੈਂ 23 ਸਾਲ ਦਾ ਮੈਂ ਸ਼ਾਇਦ, ਮੈਨੂੰ ਐਗਜ਼ੈਕਟਲੀ 22-23 ਸਾਲ ਦੇ। ਤੇ ਮਤਲਬ ਕਾਫੀ ਛੋਟੀ ਉਮਰ ਦੇ ਵਿੱਚ ਹੀ ਤੁਹਾਨੂੰ ਇਹ ਦਿੱਕਤ ਆਈ ਸੀਗੀ, ਉਦੋਂ ਕਾਲਜ ਪੜ੍ਹਦੇ ਸੀ, ਸਕੂਲ? ਨਹੀਂ ਮੈਮ, ਸਕੂਲ ਟਾਈਮ 'ਚ ਸੀਗਾ, ਮੈਂ ਆਫਟਰ 10th ਪਾਸ ਆਊਟ ਕੀਤੀ ਸੀ ਤੇ 11th ਦੇ 9-10 ਮਹੀਨੇ ਪੜ੍ਹ ਲਏ ਸੀ, ਯਾਨੀ ਕਿ 11th ਦੇ ਫਾਈਨਲ ਐਗਜ਼ਾਮਸ ਆ ਰਹੇ ਸੀ ਮੇਰੇ, ਉਹ ਵੀਲ ਚੇਅਰ ਦਿੱਤੇ ਸੀ ਮੈਂ। ਉਸ ਦੇ ਵਿੱਚ ਮਨ ਦੇ ਵਿੱਚ ਕਾਫੀ ਚੀਜ਼ਾਂ ਚੱਲਦੀਆਂ ਹੋਣੀਆਂ ਕਿ ਹਜੇ ਤਾਂ ਸ਼ੁਰੂਆਤ ਵੀ ਨਹੀਂ ਹੋਈ ਹੈ ਚੀਜ਼ ਆਪਣੀ ਕਾਲਜ ਲਾਈਫ ਦੀ ਜਾਂ ਆਪਣੇ ਕੰਮਕਾਜ ਦੀ, ਤੇ ਪਹਿਲਾਂ ਹੀ ਇੰਨੀ ਦਿੱਕਤਾਂ ਆ ਰਹੀਆਂ ਨੇ। ਤੇ ਹਾਂਜੀ ਮੈਮ, ਦੇਖੋ ਕਾਲਜ ਲਾਈਫ ਸਟਾਰਟ ਨਹੀਂ ਹੋਈ ਸੀ, ਜਿਹੜੀ ਲਾਈਫ 'ਚ ਨਜ਼ਾਰਾ ਲੈਣਾ ਸੀ ਜਿਹਨੂੰ ਕਹਿੰਦੇ ਆ ਵੀ, ਉਹ ਲਾਈਫ ਮੇਰੀ ਐਦਾਂ ਹੀ ਨਿਕਲ ਗਈ ਹੌਲੀ ਹੌਲੀ ਸਲੋ ਮੂਵਮੈਂਟਸ ਦੇ ਨਾਲ। ਨਾ ਤੁਰ ਹੁੰਦਾ ਹੀ ਕਾਲਜ ਦੇ ਵਿੱਚ ਜ਼ਿਆਦਾ, ਜੇ ਤੁਰ ਹੁੰਦਾ ਸੀ ਤਾਂ ਰਾਤ ਨੂੰ ਆ ਕੇ ਲਿਟ ਜਾਣਾ, ਥੱਕ ਜਾਣਾ, એનર્ਜੀ ਲੋ ਹੁੰਦੀ ਸੀਗੀ। ਤੇ ਹੁਣ ਮੈਸੇਜ ਕੀ ਦੇਣਾ ਚਾਹੋਗੇ ਉਹਨਾਂ ਲੋਕਾਂ ਨੂੰ ਜੋ ਤੁਹਾਨੂੰ ਸੁਣ ਰਹੇ ਨੇ, ਜੋ ਇੱਕ ਮੋਟੀਵੇਸ਼ਨਲ ਸਟੋਰੀ ਹੈ ਤੁਹਾਡੀ ਕਿ ਇੱਕ ਤਰ੍ਹਾਂ ਆਪਣੇ ਆਪ ਨੂੰ ਤੁਸੀਂ ਬਚਾਇਆ ਹੈ, ਆਪਣਾ ਇੱਕ ਨਵਾਂ ਜੀਵਨ ਦਿੱਤਾ ਆਪਣੇ ਆਪ ਨੂੰ ਤੁਸੀਂ, ਜੇਕਰ ਉਹ ਸੋਚ ਨਾ ਰੱਖਦੇ ਤਾਂ ਸ਼ਾਇਦ ਹਜੇ ਵੀ ਵੀਲ ਚੇਅਰ ਤੇ ਹੁੰਦੇ। ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਮੈਮ ਮੈਸੇਜ ਮੈਂ ਇਹ ਦੇਣਾ ਚਾਹੁੰਦਾ ਵੀ ਜਿਹੜੇ ਵੀ ਆਪਣੇ ਯੂਥ ਆ 20s ਤੇ ਜਿਹੜੇ ਹੈਗੇ 30s ਦੇ ਵਿੱਚ, ਅਰਲੀ 30s ਦੇ ਵਿੱਚ, ਤਾਂ ਇੱਥੇ ਹੀ ਆਪਣੀ ਬਾਡੀ ਬਿਲਡ ਕਰ ਲਓ, ਠੀਕ ਆ। ਇੱਥੇ ਗਰੋਥ ਹਾਰਮੋਨ ਤੁਹਾਡੀ ਬਾਡੀ ਦੇ ਟੈਸਟੋਸਟਰੋਨ ਲੈਵਲਸ ਇੰਨੇ ਅਪ ਹੁੰਦੇ ਆ ਵੀ ਰਿਜ਼ਲਟਸ ਬਹੁਤ ਛੇਤੀ ਮਿਲਦੇ ਆ, ਬਟ ਆਫਟਰ 35 ਕਹਿ ਦਈਏ ਇਹ ਸਲੋ ਡਾਊਨ ਹੋ ਜਾਂਦਾ ਕੰਮ। ਰਿਜ਼ਲਟ ਜ਼ਰੂਰ ਮਿਲਦੇ ਆ ਉਦੋਂ ਵੀ, ਬਟ ਸਲੋ ਡਾਊਨ ਹੋ ਜਾਂਦਾ। ਜਿਹੜੀ ਤੁਸੀਂ ਪ੍ਰੋਗਰੈਸ ਸਾਲ 'ਚ ਕਰਨੀ ਆ ਉਹ ਤੁਹਾਨੂੰ ਉਦੋਂ 2 ਸਾਲ 'ਚ ਮਿਲੂਗੀ। ਤੇ ਜੇਕਰ ਕਿਸੇ ਨੂੰ ਕੋਈ ਬਿਮਾਰੀ ਹੈ, ਉਸ ਤੋਂ ਬਚਣ ਲਈ, ਉਸ ਤੋਂ ਆਪਣੇ ਆਪ ਨੂੰ ਨਿਕਾਲਣ ਲਈ ਕੀ ਕਹਿਣਾ ਚਾਹੋਗੇ? ਮੈਮ ਦੇਖੋ, ਇਹ ਮੇਰੇ ਹਿਸਾਬ ਨਾਲ ਸਾਰੀਆਂ ਬਿਮਾਰੀਆਂ ਸ਼ੁਰੂ ਹੀ ਡਾਈਟ ਤੋਂ ਹੁੰਦੀਆਂ ਨੇ, ਤੇ ਲਾਈਫ ਸਟਾਈਲ ਜਿਹੜਾ ਉਹ ਉਹਨਾਂ ਨੇ ਫੜਿਆ ਹੋਇਆ ਹੁੰਦਾ, ਠੀਕ ਹੈ ਜੀ। ਤਾਂ ਉਹ ਲਾਈਫ ਸਟਾਈਲ ਸੁਧਾਰਨ ਤੇ ਆਪਣੀ ਡਾਈਟ ਬੈਲੈਂਸ ਰੱਖਣ, ਠੀਕ ਆ ਜੀ। ਨੌਲੇਜ ਇਕੱਠੀ ਕਰਨ, ਮੈਂ ਇਹ ਨਹੀਂ ਕਹਿੰਦਾ ਕਿਸੇ ਤੋਂ ਡਾਈਟ ਲਓ, ਖਰੀਦੋ ਕੁਛ ਨਾ, ਉਹਨੂੰ ਕਹਿ ਬਈ ਸਾਨੂੰ ਇਹਦੇ ਬਾਰੇ ਨੌਲੇਜ ਦੇ, ਸਾਨੂੰ ਸਮਝਾ। ਬਸ ਦੇਖੋ, ਜੇ ਅੰਡਰਸਟੈਂਡਿੰਗ ਆਪ ਕਰੋਗੇ ਤਾਂ ਤੁਹਾਡੇ ਲਈ ਇਹੀ ਬੈਸਟ ਆ, ਤਾਂ ਲੌਂਗ ਟਰਮ ਚੱਲੋਗੇ, ਸਸਟੇਨੇਬਲ ਰਹੋਗੇ, ਠੀਕ ਆ ਜੀ, ਤੇ ਲਾਸ ਨਹੀਂ ਹੋਊਗਾ ਤੁਹਾਡਾ ਇਨ ਦੀ ਫਿਊਚਰ ਵੀ। ਬਿਲਕੁਲ, ਜਿੱਥੇ ਸੁਖਪ੍ਰੀਤ ਜੀ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ ਹੈਲਦੀ ਲਾਈਫਸਟਾਈਲ ਮੇਨਟੇਨ ਕਰਨਾ ਬਹੁਤ ਜ਼ਰੂਰੀ, ਉੱਥੇ ਇਹ ਵੀ ਚੀਜ਼ ਆਪਾਂ ਕਹਿਣਾ ਚਾਹਾਂਗੇ ਕਿ ਜਦੋਂ ਕਿਸੇ ਵੀ ਬਿਮਾਰੀ ਦਾ ਪਤਾ ਲੱਗਦਾ ਹੈ, ਉਸ ਦਾ ਸਭ ਤੋਂ ਪਹਿਲਾ ਚੀਜ਼ ਇਹੀ ਹੈ ਕਿ ਤੁਸੀਂ ਆਪਣੀ ਡਾਈਟ ਸੁਧਾਰੋ। ਜੇਕਰ ਤੁਹਾਡੀ ਡਾਈਟ ਸੁਧਰਦੀ ਹੈ ਤੇ ਵੱਡੀ ਤੋਂ ਵੱਡੀ ਬਿਮਾਰੀ ਜੋ ਹੈ ਕੰਟਰੋਲ ਹੋ ਸਕਦੀ ਹੈ। ਦੂਜੀ ਚੀਜ਼ ਇਹ ਹੈ ਕਿ ਬਿਮਾਰੀ ਤੋਂ ਬਚਣ ਲਈ ਤੁਹਾਡਾ ਮਾਈਂਡ ਸਟਰੋਂਗ ਹੋਣਾ ਚਾਹੀਦਾ ਹੈ, ਨਾ ਕਿ ਤੁਸੀਂ ਉਸ ਬਿਮਾਰੀ ਤੋਂ ਠੀਕ ਹੋਣਾ ਚਾਹੁੰਦੇ ਹੋ। ਸੋ ਇਹ ਵੱਡਾ ਐਗਜ਼ਾਮਪਲ ਤੁਹਾਡੇ ਸਾਹਮਣੇ ਸੈੱਟ ਕੀਤਾ ਹੈ, ਜੋ ਕਿ 8ਵੀਂ ਕਲਾਸ ਦੇ ਵਿੱਚ ਇਸ ਬਿਮਾਰੀ ਤੋਂ ਜੂਝ ਰਹੇ ਸਨ, ਲੇਕਿਨ ਆਪਣੇ ਆਪ ਨੂੰ ਮੋਟੀਵੇਟ ਕਰਕੇ ਉਸ ਬਿਮਾਰੀ ਤੋਂ ਠੀਕ ਵੀ ਖੁਦ ਹੀ ਕੀਤਾ। ਸੋ ਬਹੁਤ ਜ਼ਰੂਰੀ ਹੈ ਮਿਹਨਤ, ਤੇ ਬਹੁਤ ਜ਼ਰੂਰੀ ਹੈ ਆਪਣੇ ਮਾਈਂਡ ਨੂੰ ਸਟਰੋਂਗ ਕਰਨਾ ਕਿ ਤੁਸੀਂ ਉਸ ਬਿਮਾਰੀ ਤੋਂ ਨਿਕਲ ਸਕਦੇ ਹੋ। ਤੇ ਤੀਜੀ ਬਹੁਤ ਜ਼ਰੂਰੀ ਗੱਲ ਹੈ ਤੁਹਾਡਾ ਹੈਲਦੀ ਲਾਈਫਸਟਾਈਲ। ਕੈਮਰਾਮੈਨ ਇਕਬਾਲ ਹੈਪੀ ਦੇ ਨਾਲ ਸਾਕਸ਼ੀ ਸ਼ਰਮਾ, ਦ ਸਮਰ ਨਿਊਜ਼।